ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਵਨ ਜੋਗ ਕੌਣ ਗਿਆਨ ਧਿਆਨ, ਕਵਨ ਵਿਧ ਉਸਤਤ ਕਰੀਐ। ਸਿੱਧ ਸਾਧਕ 33 ਕੋਰ, ਤਿਰ ਕੀਮ ਨ ਪਰੀਐ। ਬ੍ਰਹਮਾਦਿਕ ਸਨਕਾਦ ਸੇਖ, ਗੁਣ ਅੰਤ ਨ ਪਾਏ। ਅਗਹੋ ਗਇਓ ਨਹੀਂ ਜਾਏ, ਪੂਰ ਸਰਵ ਰਹਿਓ ਸਮਾਏ। ਜਿਹ ਕਾਟੀ ਸਿਲਕ ਦਿਆਲ ਪ੍ਰਭ, ਸੇ ਜਨ ਲੱਗੇ ਭਗਤੇ। ਹਰਿ ਗੁਰ ਨਾਨਕ ਜਿਨ ਪਰਸਿਓ, ਤੇ ਇਤ ਉਤ ਸਦਾ ਮੁਕਤੇ। ਤੇਰੀ ਸੇਵਾ ਤੁਝ ਤੇ ਹੋਵੈ, ਔਰ ਨ ਦੂਜਾ ਕਰਤਾ। ਭਗਤ ਤੇਰਾ ਸੋਈ ਤੁਧ ਭਾਵੈ, ਜਿਸਨੋ ਤੂੰ ਰੰਗ ਧਰਤਾ। ਤੂੰ ਵੱਡ ਦਾਨਾ ਦੋ ਵੱਡ ਦਾਤਾ, ਤੂੰ ਵੱਡ ਦਾਨਾ ਔਰ ਨਾਹੀ ਕੋ ਦੂਜਾ। ਤੂੰ ਸਮਰੱਥ ਸੁਆਮੀ ਮੇਰਾ, ਹੋ ਕਿਆ ਜਾਣਾ ਤੇਰੀ ਪੂਜਾ। ਤੇਰਾ ਮਹਿਲ ਅਗੋਚਰ ਮੇਰੇ ਪਿਆਰੇ, ਬਿਖਮ ਤੇਰਾ ਹੈ ਭਾਣਾ। ਕਹੋ ਨਾਨਕ ਢਹਿ ਪਿਆ ਦੁਆਰੈ, ਰੱਖ ਲੇਵਹੁ ਮੁਗਧ ਅਜਾਣਾ। ਤੇਰਾ ਮਹਿਲ ਅਗੋਚਰ ਮੇਰੇ ਪਿਆਰੇ, ਬਿਖਮ ਤੇਰਾ ਹੈ ਭਾਣਾ। ਕਹੋ ਨਾਨਕ ਢਹਿ ਪਿਆ ਦੁਆਰੈ, ਰੱਖ ਲੇਵਹੁ ਮੁਗਧ ਅਜਾਣਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸ਼ਲੋਕ ਮਹੱਲਾ ਤੀਜਾ। ਗੁਰ ਕਾ ਕਹਿਆ ਜੇ ਕਰੇ, ਸੁਖੀ ਹੂ ਸੁਖ ਸਾਰ। ਗੁਰ ਕੀ ਕਰਨੀ ਭਉ ਕੱਟੀਐ, ਨਾਨਕ ਪਾਵਹਿ ਪਾਰ। ਗੁਰ ਕਾ ਕਹਿਆ ਜੇ ਕਰੇ, ਸੁਖੀ ਹੂ ਸੁਖ ਸਾਰ। ਗੁਰ ਕੀ ਕਰਨੀ ਭਉ ਕੱਟੀਐ, ਨਾਨਕ ਪਾਵਹਿ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਰਨਾ ਨਿਧਾਨ ਅੰਤਰਜਾਮੀ, ਭਗਤ ਵਛਲ ਦੀਨਾ ਬੰਧੂ। ਲੋਕ ਪਰਲੋਕ ਦੇ ਰਖਕ, ਕਿਰਪਾ ਦੇ ਖਜ਼ਾਨੇ। ਗੁਰਤਾ ਗੱਦੀ ਤੇ ਸੁਭਾਏਮਾਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ। ਬੇਅੰਤ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪਹੁੰਚ ਕਰਕੇ, ਜਿੱਥੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ, ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਦੇ ਜਾਪ, ਗੁਰਮੁਖ ਪਿਆਰਿਆਂ ਦੇ ਰਸਨਾ ਤੋਂ ਨਿਰੋਲ ਗੁਰਬਾਣੀ ਦੇ ਕੀਰਤਨ ਦਾ ਆਪ ਸੰਗਤਾਂ ਆਨੰਦ ਮਾਣ ਰਹੀਆਂ ਸੀ। ਪ੍ਰਬੰਧਕ ਵੀਰਾਂ ਵੱਲੋਂ ਆਪ ਸਾਧ ਸੰਗਤਾਂ ਦੇ ਸਨਮੁਖ ਬੇਨਤੀ ਕੀਤੀ ਗਈ, ਆਉਣ ਵਾਲੇ ਪ੍ਰੋਗਰਾਮ ਦੇ ਵਾਸਤੇ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ
ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਉਹਨਾਂ ਸੇਵਾਦਾਰਾਂ ਦੇ ਪ੍ਰਤੀ, ਨਾਮ ਜਪਣ ਤੇ ਭਗਤੀ ਤੇ ਬੰਦਗੀ ਕਰਨ ਵਾਲਿਆਂ ਦੇ ਪ੍ਰਤੀ, ਤੇ ਜੋ ਦੇਸ਼, ਕੌਮ, ਧਰਮ, ਗਊ, ਮਜਲੂਮ ਦੀ ਢਾਲ ਬਣ ਕੇ ਆਪਣਾ ਆਪ ਨਿਸ਼ਾਵਰ ਕਰ ਜਾਂਦੇ ਹਨ, ਉਹਨਾਂ ਦੇ ਪ੍ਰਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਹੁਤ ਵਡਿਆਈ ਤੇ ਸਿਫਤ ਕਰਨੀ ਕੀਤੀ। ਕਿਉਂਕਿ ਸੰਸਾਰ ਦੇ ਅੰਦਰ ਕੇਵਲ ਤੇ ਕੇਵਲ ਉਹਨਾਂ ਦਾ ਨਾਮ ਸਦੀਵੀ ਤੌਰ ਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਚਮਕਦਾ ਰਹਿੰਦਾ, ਜਿਨ੍ਹਾਂ ਨੇ ਸੰਸਾਰ ਦੇ ਭਲੇ ਵਾਸਤੇ, ਦੇਸ਼ ਕੌਮ ਦੇ ਭਲੇ ਵਾਸਤੇ, ਗਊ ਮਜਲੂਮਾਂ ਦੀ ਢਾਲ ਬਣ ਕੇ ਰੱਖਿਆ ਜਿਨ੍ਹਾਂ ਨੇ ਕੀਤੀ, ਤੇ ਮੈਦਾਨੇ ਜੰਗ ਦੇ ਅੰਦਰ ਜੋ ਖਿੜੇ ਮੱਥੇ ਜਾਮੇ ਸ਼ਹਾਦਤ ਦਾ ਜਾਮ ਪੀ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ 'ਚ ਪਹੁੰਚ ਜਾਂਦੇ ਹਨ। ਜਿਸ ਤਰ੍ਹਾਂ ਭਗਤ ਕਬੀਰ ਜੀ ਦਾ ਬਚਨ, ਨਿਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਸੇਵਾ ਦੇ ਮਤਲਕ ਗੁਰਦੇਵ ਜੀ ਦੇ ਬਚਨ, ਤੇਰੀ ਸੇਵਾ ਤੁਝ ਤੇ ਹੋਵੈ, ਔਰ ਨਾ ਦੂਜਾ ਕਰਤਾ, ਭਗਤ ਤੇਰਾ ਸੋਈ ਤੁਧ ਭਾਵੈ, ਜਿਸਨੋਂ ਤੂੰ ਰੰਗ ਧਰਤਾ। ਇਹਨਾਂ ਬਚਨਾਂ ਦੇ ਵਿੱਚ ਸਿਮਰਨ ਵਾਲਿਆਂ ਵਾਸਤੇ ਵੀ ਤੇ ਸੇਵਾ ਕਰਨ ਵਾਲਿਆਂ ਦੇ ਵੀ ਵਾਸਤੇ ਬਈ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੋਂ ਹੁਕਮ ਮਨਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੋਂ ਹੁਕਮ ਮਨਾਏ ਸੀ। ਕਿਉਂਕਿ ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਪਰ ਸੇਵਾ ਦੀ ਭਾਵਨਾ ਜਿੱਥੋਂ ਪੈਦਾ ਹੁੰਦੀ ਹੈ, ਉਹ ਸਤ ਸੰਗਤ ਕਰਦਿਆਂ ਗੁਰਬਾਣੀ ਦਾ ਅਧਿਐਨ ਤੇ ਗੁਰਾਂ ਦਾ ਤੇ ਸਿੱਖਾਂ ਬ੍ਰਹਮ ਗਿਆਨੀ ਤਤ ਵੇਤਿਆਂ ਦਾ ਇਤਿਹਾਸ ਸਰਵਣ ਕਰਕੇ ਸੇਵਾ ਦਾ ਚਾਅ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਵੀ ਜੂਝਣ ਦਾ ਮਨ ਦੇ ਵਿੱਚ ਤਾਂ ਹੀ ਚਾਅ ਪੈਦਾ ਹੁੰਦਾ, ਜੋ ਪਿਛਲੇ ਸਮੇਂ ਦੇ ਅੰਦਰ ਜਿਨ੍ਹਾਂ ਨੇ ਆਪਣੇ ਆਪ ਨੂੰ ਨਿਸ਼ਾਵਰ ਕੀਤਾ, ਆਪਣੇ ਆਪ ਨੂੰ ਕੁਰਬਾਨ ਕੀਤਾ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਤੇ ਸਭ ਤੋਂ ਵੱਡੀ ਜੋ ਉੱਤਮ ਚੀਜ਼ ਹੈ, ਕਿਉਂਕਿ ਪੁੰਨ, ਦਾਨ, ਜਪ, ਤਪ, ਪੂਜਾ ਜੋ ਕੁਛ ਵੀ ਹੈ, ਸਭ ਉੱਪਰ ਨਾਮ, ਉੱਚੇ ਉੱਪਰ ਉੱਚਾ ਨਾਉ। ਹੁਣ ਸਿਮਰਨ ਦੇ ਨਾਲ ਪਰਮਾਤਮਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨ ਦੇ ਵਾਸਤੇ ਤੇ ਸਮਝ ਬਹੁਤ ਜ਼ਰੂਰੀ ਹੈ ਕਿ ਇਹ ਸਿੱਖੀ ਦਾ ਜੋ ਮਾਰਗ ਹੈ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਮਿਲਣ ਦਾ ਜੋ ਰਸਤਾ ਹੈ, ਜੋ ਜੁਗਤੀ ਢੰਗ ਤਰੀਕਾ ਹੈ, ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਸੇਵਾ ਅਤੇ ਸਿਮਰਨ ਹੈ। ਸੇਵਾ ਸਿਮਰਨ ਜਿਹੜਾ ਆਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤਰਾਈ। ਜਿਹੜੀ ਸੇਵਾ ਮਮਤਾ ਹੰਗਤਾ ਮੈਂ ਮੇਰੀ ਤੋਂ ਛੁਟਕਾਰਾ ਪਵਾ ਦੇ। ਜਿਹੜਾ ਸਿਮਰਨ ਹਉਮੈ ਹੰਕਾਰ ਵਿਸ਼ੇ ਵਕਾਰ ਈਰਖਾ ਨਿੰਦਾ ਚੁਗਲੀ ਤੋਂ ਜੋ ਛੁਟਕਾਰਾ ਪਵਾ ਦੇ, ਉਸ ਸਿਮਰਨ ਨੇ ਪਰਮਾਤਮਾ ਨੂੰ ਮਿਲਾਉਣਾ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਵਾਉਣੀ ਹੈ। ਹੁਣ ਇਹ ਜੋ ਲੜੀਵਾਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਪਰਾ ਆਰੰਭ ਹੈ, ਇਹ ਜੋ ਸ਼ਲੋਕ ਜਿਸ ਦਾ ਜਾਪ ਆਪ ਸੰਗਤਾਂ ਨੇ ਸਰਵਣ ਕੀਤਾ, ਇਹ ਰਾਗ ਸਾਰੰਗ ਦੀ ਵਾਰ ਤੇ 1248 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਤੇ ਇਹ ਪਾਵਨ ਪਵਿੱਤਰ ਬਚਨ ਸੁਭਾਏਮਾਨ ਹੋ ਰਹੇ ਹਨ।
ਬਹੁਤ ਸੁੰਦਰ ਕਥਾ ਸਮਝਣ ਵਾਸਤੇ, ਕੀਰਤਨ ਦਾ ਰਸ ਲੈਣ ਵਾਸਤੇ, ਸੇਵਾ ਅਤੇ ਸਿਮਰਨ ਪਰਮਾਤਮਾ ਤੇ ਦਰ 'ਤੇ ਪ੍ਰਵਾਨ ਕਰਨ ਵਾਸਤੇ ਭਾਈ ਗੁਰਦਾਸ ਜੀ ਨੇ ਬਹੁਤ ਵਧੀਆ ਰਸਤਾ ਦੱਸਿਆ। ਕਹਿੰਦੇ ਪ੍ਰੇਮੀਓ, ਐ ਗੁਰਮੁਖ ਜਨੋ, ਗੁਰ ਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖੈ, ਗੁਰ ਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝੈ ਲਿਖੈ। ਕਿਉਂਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ? ਸਤ ਸੰਗਤ ਤੋਂ। ਸ਼ੁਰੂਆਤ ਕਿੱਥੋਂ ਹੁੰਦੀ ਹੈ? ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੈਠ ਕਰਕੇ, ਜਦੋਂ ਮਨ ਬਿਰਤੀ ਕੇਂਦਰਿਤ ਕਰਕੇ ਅਸੀਂ ਗੁਰਬਾਣੀ ਸੁਣਦੇ ਹਾਂ, ਗੁਰਬਾਣੀ ਕਥਾ ਵਿਆਖਿਆ ਸਰਵਣ ਕਰਦੇ ਹਾਂ, ਸਤਿਗੁਰਾਂ ਦਾ ਕਲਿਆਣਕਾਰੀ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਦੇ ਹਾਂ, ਫਿਰ ਆਪਣੇ ਆਪ ਨੂੰ ਪੜ੍ਹਦੇ ਹਾਂ ਬੇ ਮਨਾ ਤੂੰ ਕਿਸ ਸੋਚ ਤੇ ਵਿਚਾਰ ਤੇ ਕਿਸ ਆਸਾਂ ਨੂੰ ਲੈ ਕਰਕੇ ਜੀ ਰਿਹਾ। ਜੀਵਨ ਤਾਂ ਪਰਮਾਤਮਾ ਦੇ ਚਰਨਾਂ 'ਚ ਉਹ ਪ੍ਰਵਾਨ ਹੈ ਜਿਸ ਜੀਵਨ ਦੇ ਵਿੱਚ ਬੰਦਗੀ, ਭਗਤੀ, ਸੇਵਾ ਤੇ ਕੁਰਬਾਨੀ ਦਾ ਜਜ਼ਬਾ ਹੋਵੇ। ਜਿਹੜਾ ਜੀਵਨ ਇਸ ਮਨੁੱਖ ਨੇ ਸਮਝ ਲਿਆ ਵੀ ਵਧੀਆ ਜੀਵਨ ਹੈ, ਉਸ ਜੀਵਨ ਦੇ ਬਾਰੇ ਗਰੀਬ ਨਵਾਜ਼ ਜੀ ਨੇ ਕਿਰਪਾ ਕੀਤੀ ਕਿ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ, ਖਸਮ ਬਸਾਰ ਖੁਆਰੀ ਕੀਨੀ ਧਿਰਗ ਜੀਵਨ ਨਹੀਂ ਰਹਿਣਾ, ਪ੍ਰਾਨੀ ਏਕੋ ਨਾਮ ਧਿਆਵਹੋ ਆਪਣੇ ਪਤ ਸੇਤੀ ਕਰ ਜਾਵਹੋ। ਕਹਿੰਦੇ ਇਹ ਜੀਵਨ ਨਹੀਂ ਕਿ ਖਾ ਲਿਆ ਪੀ ਲਿਆ ਸੌ ਲਿਆ ਤੇ ਸੰਸਾਰ 'ਚ ਤੁਰੇ ਫਿਰਦੇ ਰਹੇ ਪਰਮਾਤਮਾ ਨੂੰ ਭੁਲਾ ਕੇ। ਕਹਿੰਦੇ ਐਸਾ ਜੀਵਨ ਤਾਂ ਵਿਅਰਥ ਚਲੇ ਜਾਂਦਾ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਇੱਕ ਬਹੁਤ ਵੱਡੀ ਚਾਰ ਦੀਵਾਰੀ, ਬਹੁਤ ਵੱਡੀ ਇੱਕ ਵਾੜ ਦਾ ਕੰਮ ਕਰਦੀ ਹੈ। ਸਤ ਸੰਗਤ ਰੂਪੀ ਵਾੜ ਜਿਹਦੇ ਜੀਵਨ 'ਚ ਪ੍ਰਾਪਤ ਹੋ ਗਈ ਨਾ, ਉਹ ਨਾ ਹਿਰਦੇ 'ਚ ਕਾਮ ਐਂਟਰ ਕਰ ਸਕਦਾ, ਦਾਖਲ ਹੋ ਸਕਦਾ, ਨਾ ਕ੍ਰੋਧ, ਨਾ ਮੋਹ, ਨਾ ਲੋਭ, ਨਾ ਹੰਕਾਰ, ਨਾ ਦੂਈ ਦਵੈਸ਼ ਤੇ ਨਾ ਈਰਖਾ, ਨਾ ਨਿੰਦਾ, ਨਾ ਚੁਗਲੀ, ਨਾ ਮਾੜੇ ਵਿਚਾਰ। ਹੁਣ ਜਿਹੜੇ ਥੋੜ੍ਹਾ ਵੀ ਧਿਆਨ ਲਗਾ ਕੇ ਕਥਾ ਕੀਰਤਨ ਸਤਿਗੁਰਾਂ ਦੇ ਚਰਨਾਂ 'ਚ ਬੈਠੇ ਇਸ ਵਿਚਾਰ ਦੇ ਨਾਲ ਵੀ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੱਘੀ ਗੋਦ 'ਚ ਬੈਠਾ, ਇਸ ਇਕੱਠ ਨੂੰ ਬੈਕੁੰਠ ਕਿਹਾ, ਇਸ ਇਕੱਠ ਨੂੰ ਸੱਚਖੰਡ ਕਿਹਾ। ਇਸ ਇਕੱਠ ਦੇ ਵਿੱਚ ਪ੍ਰਤੱਖ ਪਰਮਾਤਮਾ ਪਰਮੇਸ਼ਰ ਦੇ ਦਰਸ਼ਨ ਦਿਦਾਰੇ ਹੋ ਸਕਦੇ ਹੈ, ਪ੍ਰਤੱਖ ਦਰਸ਼ਨ ਦਿਦਾਰੇ। ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਨਿਜ ਕਰ ਮੇਰੋ ਸਾਧ ਸੰਗਤ, ਨਾਰਦ ਮੋਨ ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਇਹ ਭਾਈ ਗੁਰਦਾਸ ਜੀ ਦੇ ਬਚਨ ਹੈ। ਇਹ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਵੀ ਵੈਸੇ ਤਾਂ ਕਣ ਕਣ ਘਟ ਘਟ ਦੇ ਵਿੱਚ ਪਰਮਾਤਮਾ ਹੈ, ਪਰ ਜੇ ਪਰਮਾਤਮਾ ਨੂੰ ਪ੍ਰਤੱਖ ਦੇਖਣਾ ਹੋਵੇ, ਦਰਸ਼ਨ ਕਰਨੇ ਹੋਣ, ਪਰਮਾਤਮਾ ਦਾ ਅਨੁਭਵ ਕਰਨਾ ਹੋਵੇ ਕਿ ਵਾਕਿਆ ਹੀ ਪਰਮਾਤਮਾ ਹੈ, ਜਾਂ ਇਵੇਂ ਕਹਿ ਲਈਏ ਵੀ ਕੋਈ ਖਾਸ ਘਰ ਹੈ ਪਰਮਾਤਮਾ ਦਾ, ਖਾਸ ਟਿਕਾਣਾ, ਤੇ ਆਪਾਂ ਸਾਰੇ ਰੱਬ ਦਾ ਘਰ ਕਹਿੰਦੇ ਆ, ਜਿਸ ਨੂੰ ਆਪਾਂ ਗੁਰੂ ਘਰ ਕਹਿੰਦੇ ਆ। ਉਸ ਦਾ ਨਾਮ ਕੋਈ ਵੀ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਪਰ ਉਸ ਨੂੰ ਆਪਾਂ ਮੰਦਰ ਹੋਵੇ, ਮਸਜਿਦ ਹੋਵੇ, ਮਸੀਤ ਹੋਵੇ, ਗਿਰਜਾ ਘਰ ਹੋਵੇ ਤੇ ਗੁਰਦੁਆਰਾ ਸਾਹਿਬ ਹੋਵੇ, ਇਹਨਾਂ ਦੇ ਅਰਥ ਕੀ ਹੈ? ਵੀ ਰੱਬ ਦਾ ਘਰ। ਕਹਿੰਦੇ ਵੈਸੇ ਤਾਂ ਕਣ ਕਣ ਘਟ ਘਟ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਮੌਜੂਦ ਹੈ, ਫਿਰ ਵੀ ਜੇ ਕੋਈ ਜਾਣਨਾ ਚਾਹਵੇ ਕੋਈ ਪਰਸਨਲ ਘਰ ਹੈ ਪਰਮਾਤਮਾ ਦਾ, ਤੇ ਉਹ ਗੁਰਮੁਖ ਪਿਆਰਿਓ ਜਿਸ ਸਭਾ 'ਚ ਤੁਸੀਂ ਬੈਠੇ ਹੋ ਨਾ, ਜਿਸ ਸਤ ਸੰਗਤ ਰੂਪੀ ਆਪ ਬੈਠ ਕਰਕੇ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਸੁਣ ਰਹੇ ਹੋ, ਤੇ ਇਸ ਸਭਾ ਨੂੰ ਆਖਿਆ, ਇਸ ਇਕੱਠ ਨੂੰ ਆਖਿਆ
ਇੱਥੇ ਆਖਿਆ ਵੀ ਪ੍ਰਤੱਖ ਦਰਸ਼ਨ ਦਿਦਾਰੇ ਹੋ ਸਕਦੇ ਆ ਪਰਮਾਤਮਾ ਦੇ, ਕਿਉਂਕਿ ਦੇਖਣ ਨੂੰ ਵੀ ਪਰਮਾਤਮਾ ਮਿਲ ਰਿਹਾ, ਸੋਚਣ ਨੂੰ ਵੀ ਪਰਮਾਤਮਾ ਮਿਲ ਰਿਹਾ, ਤੇ ਸੁਣਨ ਨੂੰ ਵੀ ਪਰਮਾਤਮਾ ਮਿਲ ਰਿਹਾ, ਤੇ ਬੋਲਣ ਨੂੰ ਵੀ ਪਰਮਾਤਮਾ ਮਿਲ ਰਿਹਾ। ਇਹ ਗੱਲ ਵੱਖਰੀ ਹੈ ਕਿ ਐਸੀ ਸਭਾ 'ਚ ਬੈਠ ਕੇ ਵੀ ਸਾਡਾ ਮਨ ਸਤਸੰਗਤ ਦੇ ਵਿੱਚ ਨਾ ਬੈਠਾ ਹੋਵੇ, ਸਾਡੇ ਮਨ ਦੀ ਨਾ ਇਕਾਗਰਤਾ ਹੋਵੇ, ਸਾਡੇ ਬਾਹਰਲੇ ਖਿਆਲ ਨਾ ਖਤਮ ਹੋਏ ਹੋਣ, ਇਹ ਤਾਂ ਸਾਡੀ ਗਲਤੀ ਹੈ। ਪਰ ਥੋੜ੍ਹੀ ਜਿਹੀ ਕੋਸ਼ਿਸ਼ ਕਰਨ ਤੋਂ ਬਾਅਦ ਇਹ ਜੀਵ ਦਾ ਮਨ ਸਤਸੰਗਤ ਦੇ ਵਿੱਚ ਟਿਕ ਸਕਦਾ, ਜੇ ਇਹ ਕੋਸ਼ਿਸ਼ ਕਰੇ, ਬੜੇ ਪਿਆਰ ਦੇ ਨਾਲ ਆਪਣੇ ਆਪ ਨੂੰ ਸਮਝਾਵੇ, ਮਨਾ ਤੂੰ ਗੁਰਦੇਵ ਜੀ ਦੇ ਚਰਨਾਂ 'ਚ ਬੈਠਾ, ਜਿਸ ਸਭਾ 'ਚ ਤੂੰ ਬੈਠਾ ਇਸ ਦਾ ਨਾਮ ਸਤ ਸੰਗਤ ਹੈ। ਮਨਾ ਇੱਥੇ ਸਤਿਗੁਰਾਂ ਦੇ ਪ੍ਰਤੱਖ ਦਰਸ਼ਨ ਦਿਦਾਰੇ ਤੇ ਪ੍ਰਤੱਖ ਕਿਰਪਾ ਵਰਸ ਰਹੀ ਹੈ। ਇਹ ਅੰਮ੍ਰਿਤ ਦੀ ਵਰਖਾ ਹੋ ਰਹੀ। ਮਨਾ ਜੇ ਤੂੰ ਇਸ਼ਨਾਨ ਕਰਨਾ ਤੇ ਟਿਕ ਕੇ ਕਥਾ ਕੀਰਤਨ ਗੁਰਬਾਣੀ ਸੁਣ ਲੈ ਤੇ ਜਨਮਾਂ ਜਨਮਾਂਤਰਾਂ ਦੀ ਮੈਲ ਉਤਰ ਜਾਵੇਗੀ ਜਦੋਂ ਨਾਮਦਾਨ ਦਾ ਇਸ਼ਨਾਨ ਹੋ ਗਿਆ। ਇਹ ਭਾਈ ਗੁਰਦਾਸ ਜੀ ਦੀ ਕੁੰਜੀ ਬਾਣੀ ਹੈ। ਗੁਰ ਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖੈ, ਕਿ ਗੁਰ ਸਿੱਖੀ ਦੀ ਪਹਿਲੀ ਜਿਹੜੀ ਕਲਾਸ ਹੈ ਵੀ ਸਿੱਖੀ ਹੈ ਕੀ, ਇਸ ਨੂੰ ਸਮਝਣ ਦੇ ਵਾਸਤੇ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੇਵਲ ਤੇ ਕੇਵਲ ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਾਹੀਂ ਛਟਕਾਰਾ। ਕਹਿੰਦੇ ਭਜਨ ਬੰਦਗੀ ਤੋਂ ਬਗੈਰ ਛਟਕਾਰਾ ਨਹੀਂ ਜੀਵ ਦਾ ਹੋਣਾ, ਪਰ ਜੀਵ ਇਸ ਗੱਲ ਨੂੰ ਸਮਝੇਗਾ ਤੇ ਬੰਦਗੀ ਸ਼ੁਰੂ ਹੋਵੇਗੀ, ਤਾਂ ਨਾਮ ਸਿਮਰਨ ਸ਼ੁਰੂ ਹੋਵੇਗਾ। ਤੇ ਫਿਰ ਨਿਮਰਤਾ, ਸਤ ਸੰਤੋਖ, ਦਇਆ, ਧਰਮ, ਖਿਮਾ, ਸੇਵਾ ਤੇ ਸਿਮਰਨ ਤੇ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਜਜ਼ਬਾ ਤਾਂ ਹੀ ਦਿਲ ਦੇ ਵਿੱਚ ਪੈਦਾ ਹੋਵੇਗਾ ਜਦੋਂ ਆਪਾਂ ਜੀਵਨ ਨੂੰ ਸਮਝਾਂਗੇ ਵੀ ਜੀਵਨ ਹੈ ਕੀ। ਬੜੇ ਲਾਲਚ ਦਿੱਤੇ ਗਏ ਭਾਈ ਮਨੀ ਸਿੰਘ ਜੀ ਨੂੰ, ਬੜੇ ਲਾਲਚ ਦਿੱਤੇ ਗਏ ਭਾਈ ਤਾਰੂ ਸਿੰਘ ਜੀ ਨੂੰ, ਬੜੇ ਲਾਲਚ ਦਿੱਤੇ ਗਏ ਮੌਜੂਦਾ ਉਹਨਾਂ ਸੂਰਬੀਰ ਪਰਵਾਨਿਆਂ ਨੂੰ, ਪਰ ਜਿਨ੍ਹਾਂ ਨੇ ਪੁਰਾਤਨ ਸਿੰਘਾਂ ਦਾ, ਸ਼ਹੀਦਾਂ ਦਾ ਇਤਿਹਾਸ ਪੜ੍ਹਿਆ ਸੀ, ਜਿਨ੍ਹਾਂ ਨੂੰ ਪਤਾ ਸੀ ਵੀ ਛੋਟੀ ਛੋਟੀ ਉਮਰ 'ਚ ਸਰਹੱਦ ਦੀਆਂ ਡੈਣਾ ਕੰਧਾਂ 'ਚ, ਤੇ ਜਦੋਂ ਸੂਬੇ ਨੇ ਦੁਨੀਆ ਦੇ ਸਾਰੇ ਪਦਾਰਥਾਂ ਦਾ, ਸਾਰੇ ਅਹੁਦਿਆਂ ਦਾ ਲਾਲਚ ਸਾਹਿਬਜ਼ਾਦਿਆਂ ਦੇ ਅੱਗੇ ਰੱਖਿਆ, ਤੇ ਸਾਹਿਬਜ਼ਾਦਿਆਂ ਨੇ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼, ਰਹਿਮਤ, ਬੰਦਗੀ ਤੇ ਭਗਤੀ, ਗੁਰੂ ਦੇ ਪੁੱਤ ਪੋਤੇ ਹੋਣ ਦਾ ਸਦਕਾ ਹਰ ਇੱਕ ਲਾਲਚ ਨੂੰ ਜੁੱਤੀ ਦੀ ਨੋਕ ਤੇ ਠਕਰਾ ਕੇ ਪਰਮੇਸ਼ਰ ਦੇ ਭਾਣੇ ਨੂੰ ਤੇ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਸਵੀਕਾਰ ਕੀਤਾ, ਕਿਉਂਕਿ ਇੱਕ ਸਮਝ ਸੀ। ਦਾਦੀ ਮਾਂ ਦੀਆਂ ਲੋਰੀਆਂ ਸਨ, ਪਿਤਾ ਦੀ ਸਿੱਖਿਆ ਸੀ, ਤੇ ਉਹਨਾਂ ਦੇ ਖੂਨ ਦੇ ਵਿੱਚ ਤੋਂ ਕੁਰਬਾਨੀ ਦਾ ਜਜ਼ਬਾ, ਸੂਰਬੀਰਤਾ ਸੀ। ਕਹਿਣ ਤੋਂ ਭਾਵ ਗੁਰਮੁਖ ਪਿਆਰਿਓ, ਭਾਈ ਮਨੀ ਸਿੰਘ ਜੀ ਨੂੰ ਜਦੋਂ ਬੜੇ ਕਹਾਣੇ ਪਾ ਪਾ ਕੇ ਦੱਸਣ ਲੱਗੇ, ਲਾਲਚ ਦੇਣ ਲੱਗੇ ਜੀਵਨ ਦਾ, ਉਹ ਕਹਿੰਦੇ ਇਹ ਤਨ ਗੰਦਗੀ ਕਾ ਢੇਰ ਹੈ, ਹਰ ਹੀਰਿਆਂ ਦੀ ਖਾਨ। ਕਹਿੰਦੇ ਕੀ ਹੈ ਸਰੀਰ? ਬਿਸ਼ਟਾ, ਅਸਤ, ਰਕਤ, ਪਰੇਟੇ, ਚਾਮ। ਸਰੀਰ ਨੂੰ ਦੇਖੀਏ ਤਾਂ ਸਹੀ, ਸਿਰਫ ਚਮੜੀ ਦਾ ਪਰਦਾ ਹੀ ਨਾ ਦੇਖੀਏ, ਚਮੜੀ ਦੇ ਪਰਦੇ ਨੂੰ ਇੱਕ ਪਾਸੇ ਰੱਖ ਕੇ ਫਿਰ ਆਪਣੀ ਬੋਡੀ ਦੇ ਅੰਦਰਲੇ ਹਿੱਸੇ ਨੂੰ ਦੇਖੀਏ ਵੀ ਕੀ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਹੈ, ਮੈਂ ਜੋ ਆਪ ਜੀ ਦੇ ਸਨਮੁਖ ਰੱਖ ਰਿਹਾ, ਕਿਉਂਕਿ ਸਮਝ ਤਾਂ ਪਵੇ ਜੀਵਨ ਕੀ ਹੈ, ਸਰੀਰ ਕੀ ਹੈ, ਸੇਵਾ ਕੀ ਹੈ, ਸਿਮਰਨ ਕੀ ਹੈ, ਕੁਰਬਾਨੀ ਕੀ ਹੈ। ਜਿੰਨਾ ਚਿਰ ਇਹਨਾਂ ਦੀ ਸਮਝੇ ਨਹੀਂ ਲੱਗੀ ਤੇ ਸੇਵਾ ਉਹ ਨਹੀਂ ਹੋ ਸਕਦੀ ਜਿਹੜੀ ਸੇਵਾ ਸਤਿਗੁਰਾਂ ਦੇ ਚਰਨਾਂ 'ਚ ਪ੍ਰਵਾਨ ਹੋ ਜਾਏ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ,
ਜਾਂ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪ ਕਸਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ, ਤੇਰੀ ਚੜੀ ਚਵਗਣ ਬੰਨੇ। ਬਿਸ਼ਟਾ ਅਸਤ ਰਕਤ ਪਰੇਟੇ ਚਾਮ, ਕਹਿੰਦੇ ਹੱਡੀਆਂ ਹੈ ਤੇ ਖੂਨ ਹੈ ਤੇ ਇਹ ਚਮੜੀ ਹੈ ਤੇ ਇਹ ਜੋ ਮਿੱਝ ਚਰਬੀ ਹੈ, ਇਹਦੇ ਉੱਤੇ ਚੰਮ ਦਾ ਪੜਦਾ ਹੈ। ਕਹਿੰਦੇ ਇਸ ਉੱਪਰਲੇ ਰਾਖਿਓ ਗੁਮਾਨ। ਕਹਿੰਦੇ ਜੀਵ ਕਿਸ ਚੀਜ਼ ਦਾ ਹੰਕਾਰ ਕਰਦਾ, ਤੈਨੂੰ ਪਤਾ ਨਹੀਂ ਇਹ ਸਰੀਰ ਕੀ ਹੈ, ਕਿਸ ਚੀਜ਼ ਦਾ ਬਣਿਆ ਹੋਇਆ ਹੈ। ਭਾਈ ਮਨੀ ਸਿੰਘ ਜੀ ਕਹਿੰਦੇ ਇਹ ਮੈਨੂੰ ਸਮਝਾਉਣ ਦੀ ਲੋੜ ਨਹੀਂ, ਕਿਉਂਕਿ ਮੈਂ ਗੁਰੂ ਦੇ ਚਰਨਾਂ 'ਚ ਸਤਸੰਗਤ ਕੀਤੀ ਹੈ। ਮੈਂ ਸਤਸੰਗਤ ਦੇ ਵਿੱਚ ਗੁਰਬਾਣੀ ਨੂੰ ਪੜ੍ਹਿਆ, ਕਥਾ ਸੁਣੀ, ਕੀਰਤਨ ਸੁਣਿਆ, ਇਤਿਹਾਸ ਸੁਣਿਆ। ਇਸ ਕਰਕੇ ਮੈਨੂੰ ਸਮਝਾਉਣ ਦੀ ਲੋੜ ਨਹੀਂ। ਕਹਿਣ ਤੋਂ ਭਾਵ ਗੁਰਮੁਖ ਪਿਆਰਿਓ, ਗੁਰ ਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖੈ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਹਨ ਕਿ ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ। ਸਹਿਜ ਕਥਾ ਮੈਂ ਆਤਮ ਰਸਿਆ, ਤਾਕੈ ਸੰਗ ਅਬਨਾਸੀ ਬਸਿਆ। ਕੋਈ ਆ ਜਾਵੇ ਸਤਸੰਗਤ 'ਚ, ਇਹ ਬਚਨ ਸੁਣ ਕੇ ਵੀ ਸਤਸੰਗਤ ਦੇ ਵਿੱਚ ਪ੍ਰਤੱਖ ਰੱਬ ਦੇ ਦਰਸ਼ਨ ਹੋ ਜਾਂਦੇ ਆ, ਪ੍ਰਤੱਖ ਪਰਮਾਤਮਾ ਦੇ ਦਰਸ਼ਨ ਦਿਦਾਰੇ ਹੋ ਜਾਂਦੇ ਆ, ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ। ਪਰ ਇੱਥੇ ਆਣ ਕੇ ਕੁਛ ਕਰਨਾ ਪੈਂਦਾ। ਜਿਸ ਤਰ੍ਹਾਂ ਸਰੀਰ ਦੀ ਯਾਤਰਾ ਖਤਮ ਹੋ ਗਈ, ਸਰੀਰ ਨੇ ਡੰਡੌਤ ਕੀਤੀ ਤੇ ਚੌਂਕੜਾ ਮਾਰਿਆ, ਸਤਸੰਗਤ ਦੇ ਵਿੱਚ ਬੈਠ ਗਿਆ, ਸਰੀਰ ਦਾ ਚੱਲਣਾ ਫਿਰਨਾ ਬੰਦ ਹੋ ਗਿਆ। ਹੁਣ ਇਹਦੇ ਅੰਦਰ ਜੋ ਮਨੁਆ ਜਿਹੜਾ ਕਦੀ ਟਿਕਦਾ ਨਹੀਂ, ਜਿਸ ਦਾ ਟਿਕਣ ਦਾ ਸੁਭਾਅ ਨਹੀਂ, ਜਿਸ ਨੂੰ ਟਿਕਾਉਣਾ ਬੜਾ ਮੁਸ਼ਕਲ ਹੈ, ਫਿਰ ਉਹਦੀ ਯਾਤਰਾ ਸ਼ੁਰੂ ਹੁੰਦੀ ਹੈ। ਫਿਰ ਉਸ ਨੂੰ ਆਖਣਾ ਪੈਂਦਾ ਵੀ ਜਿੱਥੇ ਸਰੀਰ ਬੈਠ ਗਿਆ, ਮਨਾ ਤੂੰ ਵੀ ਹੁਣ ਬੈਠ ਜਾ। ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਇਤਿਹਾਸ ਸੁਣਨ ਨੂੰ ਮਿਲ ਰਿਹਾ, ਤੂੰ ਸਤਸੰਗਤ ਦੇ ਵਿੱਚ ਬੈਠਾ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਓ ਨਾ ਕੋਏ। ਜਦੋਂ ਮਨ ਨੂੰ ਆਖਾਂਗੇ ਨਾ ਕਿ ਸੁਣ ਮਨ ਮਿੱਤਰ ਪਿਆਰਿਆ, ਮਿਲ ਬੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇਹ। ਮਨ ਨੂੰ ਵੀ ਕਾਲੀ ਨਾਲ ਨਹੀਂ ਕਹਿਣਾ, ਮਨ ਦੇ ਨਾਲ ਜ਼ਬਰਦਸਤੀ ਨਹੀਂ ਕਰਨੀ, ਮਨ ਨੂੰ ਬੜੇ ਪਿਆਰ ਦੇ ਨਾਲ ਇਹ ਗੱਲ ਆਖਣੀ ਆ। ਕਿਉਂਕਿ ਜੋ ਪਿਆਰ ਹੈ, ਜੋ ਪ੍ਰੇਮ ਹੈ, ਇਹਦੇ ਵਿੱਚ ਬਹੁਤ ਵੱਡੀ ਤਾਕਤ ਮੰਨੀ ਗਈ ਹੈ। ਕਿਉਂਕਿ ਐਡੇ ਵੱਡੇ ਵੈਰਾਟ ਨੂੰ ਤੇ ਜੇ ਭਗਤਾਂ ਸੰਤਾਂ ਬ੍ਰਹਮ ਗਿਆਨੀ ਅਭਿਆਸੀਆਂ ਨੇ ਬੰਨਿਆ, ਆਪਣੀ ਬੁੱਧੀ ਦੇ ਪਕੜ ਦੇ ਵਿੱਚ ਲਿਆਂਦਾ, ਤੇ ਉਹਨਾਂ ਨੇ ਬਹੁਤ ਜਨਮ ਤੇ ਬੜਾ ਸਮਾਂ ਹਠ ਯੋਗ ਤੇ ਕਰਮ ਕਾਂਡ ਤੇ ਸਭ ਕੁਝ ਕੀਤੇ, ਆਸਣ ਵਾਸਣ ਕੁਛ ਪੱਲੇ ਨਹੀਂ ਪਿਆ। ਜਦੋਂ ਫਿਰ ਪੂਰੇ ਗੁਰੂ ਦੀ ਹੋਈ ਪ੍ਰਾਪਤੀ, ਪੂਰੇ ਗੁਰੂ ਨੇ ਤੇ ਕੀ ਗੁਰ ਦਿਖਿਆ ਦਿੱਤੀ ਵੇ ਅਕਾਲ ਪੁਰਖ ਪਰਮਾਤਮਾ ਪ੍ਰੇਮਾ ਭਗਤੀ ਦਾ ਬਸੀ ਭੂਤ ਹੈ। ਅਗਰ ਅੱਜ ਤੱਕ ਪਰਮਾਤਮਾ ਨੂੰ ਕਿਸੇ ਨੇ ਵਸ ਕੀਤਾ, ਕਿਸੇ ਨੇ ਦਰਸ਼ਨ ਦਿਦਾਰੇ ਕੀਤੇ ਤੇ ਕਿਸੇ ਨੇ ਉਸ ਪਰਮਾਤਮਾ ਨੂੰ ਪਾਇਆ, ਤੇ ਇੱਕੋ ਹੀ ਰਸਤਾ ਹੈ ਉਹ ਪ੍ਰੇਮ ਦਾ। ਸਭ ਤੋਂ ਪਹਿਲਾਂ ਇਹ ਜੀਵ ਆਪਣੇ ਜੀਵਨ 'ਚ ਦੇਖੇ ਕਿ ਮੇਰੇ ਅੰਦਰ ਪ੍ਰੇਮ ਕਿੰਨਾ ਕੁ ਹੈ। ਪਰ ਜਿਹੜਾ ਪ੍ਰੇਮ ਤੁਸੀਂ ਕਰਦੇ ਹੋ, ਕਿਤੇ ਉਸ ਪ੍ਰੇਮ ਨੂੰ ਉਹ ਪ੍ਰੇਮ ਨਾ ਸਮਝ ਲੈਣਾ ਜਿਸ ਪ੍ਰੇਮ ਦੇ ਨਾਲ ਪਰਮਾਤਮਾ ਮਿਲਦਾ। ਕਿਉਂਕਿ ਜੋ ਪ੍ਰੇਮ ਸ੍ਰਿਸ਼ਟੀ 'ਤੇ ਹੋ ਰਿਹਾ, ਇਹ ਸਵਾਰਥੀ ਹੈ, ਇਹ ਕੰਮ ਚਲਾਊ ਹੈ, ਇਹ ਸਾਡੇ ਲੋੜਾਂ ਪੂਰੀਆਂ ਕਰਨ ਵਾਸਤੇ ਆ। ਕਈ ਵਾਰੀ ਕਹਿਣਾ ਪੈਂਦਾ
ਆਪਣੀ ਔਲਾਦ ਨੂੰ, ਭਰਾਵਾਂ ਨੂੰ, ਮਿੱਤਰਾਂ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ ਵੀ ਮੈਂ ਤੇਰੇ ਨਾਲ ਬਹੁਤ ਪ੍ਰੇਮ ਕਰਦਾ। ਪਰ ਪਰਮਾਤਮਾ ਦੇ ਨਾਲ ਜਿਹੜਾ ਪ੍ਰੇਮ ਹੈ ਉਹ ਮਨੁੱਖ ਦਾ ਸੁਭਾਅ ਹੈ, ਉਹ ਹਰ ਇੱਕ ਦੇ ਅੰਦਰ ਮੌਜੂਦ ਹੈ। ਜਿਹੜਾ ਪ੍ਰੇਮ ਮਮਤਾ ਹੰਗਤਾ ਤੋਂ ਪਰੇ ਹੋ ਜਾਵੇ, ਆਪਣੀ ਹੋਂਦ ਦਾ ਗਿਆਨ ਹੋ ਜਾਵੇ ਵੀ ਮੇਰੀ ਤਾਂ ਹੋਂਦ ਹੀ ਕੁਛ ਨਹੀਂ, ਇਹ ਜੋ ਕੁਛ ਵੀ ਹੈ ਇਹ ਪਰਮਾਤਮਾ ਹੀ ਪਰਮਾਤਮਾ ਹੈ। ਜੋ ਹੋਆ ਹੋਵ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਉਹ ਪ੍ਰੇਮ ਮੈਂ ਤੋਂ ਪਰੇ ਇਸ ਨੂੰ ਕਰ ਦਿੰਦਾ, ਹੰਕਾਰ ਤੋਂ ਇਸ ਨੂੰ ਪਰੇ ਕਰ ਦਿੰਦਾ। ਤੇ ਰੱਬ ਨੂੰ ਕਹਿਣਾ ਨਹੀਂ ਪੈਂਦਾ ਵੀ ਮੈਂ ਤੇਰੇ ਨਾਲ ਪ੍ਰੇਮ ਕਰਦਾ। ਤੇ ਪ੍ਰੇਮ ਜਦੋਂ ਹੋ ਜਾਂਦਾ ਉਸ ਵਕਤ ਹੀ ਭਗਤ ਅਭਿਆਸੀ ਨੂੰ ਪਤਾ ਲੱਗ ਜਾਂਦਾ ਵੀ ਬਖਸ਼ਿਸ਼ ਹੋ ਗਈ, ਇਹ ਕਿਰਪਾ ਹੋ ਗਈ। ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖੈ। ਹੁਣ ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝੈ ਲਿਖੈ। ਇੱਕ ਤਾਂ ਕਾਗਜ਼ ਹੈ ਤੇ ਜਿਨ੍ਹਾਂ ਸੁੰਦਰ ਕਾਗਜ਼ਾਂ ਤੇ ਗੁਰਬਾਣੀ ਲਿਖੀ ਗਈ ਉਸ ਨੂੰ ਆਪਾਂ ਮੱਥਾ ਟੇਕਦੇ ਹਾਂ। ਕਾਗਜ਼ ਕਰੋੜਾਂ ਅਰਬਾਂ ਦੇ ਹਿਸਾਬ ਦੇ ਨਾਲ ਰੁਲਦੇ ਫਿਰਦੇ ਸੰਸਾਰ ਤੇ, ਪਰ ਜਿਨ੍ਹਾਂ ਕਾਗਜ਼ਾਂ ਤੇ ਪਰਮੇਸ਼ਰ ਦਾ ਨਾਮ ਲਿਖਿਆ ਗਿਆ ਉਹ ਪੂਜਣਯੋਗ ਹੋ ਗਏ। ਇਸੇ ਤਰ੍ਹਾਂ ਇੱਕ ਕਾਗਜ਼ ਹੈ ਸਾਡਾ ਹਿਰਦਾ। ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ ਜਿਨ੍ਹਾਂ ਨੇ ਮਨ ਨੂੰ ਬਣਾ ਕੇ ਲਖਾਰੀ ਨਾ, ਪ੍ਰੇਮ ਪਿਆਰ ਦੀ ਬਣਾ ਕੇ ਛਿਆਈ, ਫਿਰ ਇਸ ਜੀਵ ਨੂੰ ਬਣਾ ਕੇ ਲਖਾਰੀ ਤੇ ਸਤ ਸੰਗਤ ਦੇ ਵਿੱਚ ਆ ਕੇ ਫਿਰ ਆਪਣੇ ਮਨ ਰੂਪੀ ਕਲਮ ਦੇ ਨਾਲ ਹਿਰਦੇ ਰੂਪੀ ਕਾਗਜ਼ ਤੇ ਇਹ ਲਿਖ ਲਿਆ ਕੀ ਲਿਖਿਆ ਵੀ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਕੀ ਲਿਖਿਆ ਕਿ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਕ ਮੈਂ ਹੋਰ ਬੇਨਤੀ ਕਰਦਿਆਂ, ਸੰਸਾਰਕ ਪ੍ਰੇਮ ਦਾ ਤੇ ਨਿਰੰਕਾਰ ਦੇ ਨਾਲ ਪ੍ਰੇਮ ਦਾ ਵੱਡਾ ਅੰਤਰ ਇੱਕ ਇਹ ਹੈ, ਸੰਸਾਰਕ ਪ੍ਰੇਮ ਕਿਸੇ ਕਿਸੇ ਨਾਲ ਹੁੰਦਾ ਤੇ ਜਿਸ ਪ੍ਰੇਮ ਦੇ ਨਾਲ ਪਰਮਾਤਮਾ ਮਿਲਦਾ ਉਹ ਫਿਰ ਪ੍ਰੇਮ ਹਰ ਇੱਕ ਦੇ ਨਾਲ ਹੁੰਦਾ। ਉੱਥੇ ਬੁਰਾ ਭਲਾ ਕਹੋ ਕਿਸ ਨੂੰ ਕਹੀਐ। ਇਹ ਸਾਰੇ ਅਕਾਲ ਪੁਰਖ ਪਰਮਾਤਮਾ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰਾਈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ। ਉਹ ਪ੍ਰੇਮ ਕਿ ਸਭ ਮੈਂ ਜੋਤ ਜੋਤ ਹੈ ਸੋਏ, ਕਿਸੇ ਨੂੰ ਦਿਖੇ ਜਾਂ ਨਾ ਦਿਖੇ, ਜਿਸ ਤੇ ਕਿਰਪਾ ਹੋ ਗਈ ਉਸ ਨੇ ਤਾਂ ਹਰ ਇੱਕ ਦੇ ਵਿੱਚ ਰੱਬ ਦੀ ਜੋਤ ਨੂੰ ਦੇਖ ਲਿਆ ਨਾ। ਉਸ ਨੇ ਤਾਂ ਇਹ ਗੱਲ ਆਖਤੀ ਕਿ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹਨਾਂ ਨੇ ਤਾਂ ਕਹਿਤਾ ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਪਰਮਾਤਮਾ ਤੋਂ ਬਗੈਰ ਸੰਸਾਰ ਹੈ ਹੀ ਨਹੀਂ। ਪਰਮਾਤਮਾ ਜਰਰੇ ਜਰਰੇ ਦੇ ਵਿੱਚ ਮੌਜੂਦ ਹੈ। ਭਾਵ ਕਹਿਣ ਤੋਂ ਵੀ ਜੇ ਫੇ ਵੀ ਪ੍ਰੇਮ ਦੇ ਅਰਥ ਦਾ ਪਤਾ ਨਾ ਲੱਗੇ ਵੀ ਜਿਹੜਾ ਮੈਂ ਪ੍ਰੇਮ ਸੰਸਾਰ ਨਾਲ ਕਰਦਾ, ਸਮਾਜ ਨਾਲ ਕਰਦਾ, ਆਪਣੇ ਸਰੀਰ ਨਾਲ ਕਰਦਾ, ਪਰਿਵਾਰ ਮਿੱਤਰ ਦੋਸਤ ਤੇ ਰਿਸ਼ਤੇਦਾਰਾਂ ਨਾਲ ਕਰਦਾ, ਇਸ ਪ੍ਰੇਮ ਨਾਲ ਰੱਬ ਨਹੀਂ ਮਿਲ ਸਕਦਾ। ਜਦੋਂ ਇਸ ਪ੍ਰੇਮ ਨੂੰ ਦੇਖਾਂਗੇ ਇਹਦੇ ਵਿੱਚ ਸਵਾਰਥ ਦੇਖਾਂਗੇ, ਇਹਦੇ ਵਿੱਚ ਲੋੜਾਂ ਦੇਖਾਂਗੇ। ਜੋ ਅਕਾਲ ਪੁਰਖ ਪਰਮਾਤਮਾ ਉਸ ਪ੍ਰੇਮ ਦੇ ਵਿੱਚ ਸਵਾਰਥ ਕੋਈ ਨਹੀਂ। ਉੱਥੇ ਤਾਂ ਕਾਹੂ ਫਲ ਕੀ ਇੱਛਾ ਨਹੀਂ ਬਾਚੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਬਸ ਉੱਥੇ ਸਿਮਰਨ ਹੈ, ਬੰਦਗੀ ਹੈ, ਸੇਵਾ ਹੈ, ਸਤ ਸੰਗਤ ਹੈ, ਕਿਸੇ ਵੀ ਫਲ ਦੀ ਇੱਛਾ ਨਹੀਂ। ਸੇਵਾ ਕਰਤੋ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਰੋੜਾਂ ਜਨਮਾਂ ਤੋਂ ਉਹ ਖਾਲੀ ਰਹੇ ਜਿਨ੍ਹਾਂ ਦੀ ਭਗਤੀ ਤੇ ਨਾਮ ਸਿਮਰਨ ਸੇਵਾ ਦੇ ਵਿੱਚ ਮੰਗ ਰਹੀ, ਵਾਸ਼ਨਾ ਰਹੀ, ਕਾਮਨਾ ਰਹੀ।
ਪਰ ਜਦੋਂ ਕੋਈ ਮਿਲਿਆ, ਜਿਸ ਜਨਮ 'ਚ ਗੁਰੂ ਨਾਨਕ ਮਹਾਰਾਜ ਜੀ ਵਰਗੇ ਗੁਰੂ ਜਿਸ ਨੂੰ ਮਿਲ ਗਏ, ਉੱਥੋਂ ਫਿਰ ਰਸਤਾ ਮਿਲਿਆ ਕਿ ਭਾਈ ਪਰਮਾਤਮਾ ਬਾਸ਼ਨਾ ਸਹਿਤ ਵਾਲਿਆਂ ਨੂੰ ਨਹੀਂ ਮਿਲਦਾ। ਪਰਮਾਤਮਾ ਤਾਂ ਉਹਨਾਂ ਨੂੰ ਦਰਸ਼ਨ ਦਿਦਾਰੇ ਦਿੰਦਾ ਜਿਨ੍ਹਾਂ ਦੇ ਅੰਦਰੋਂ ਰੋਮ ਰੋਮ 'ਚੋਂ, ਅੰਤਿਸ਼ ਕਰਨ 'ਚੋਂ, ਹਿਰਦੇ ਦੇ ਵਿੱਚੋਂ ਸਾਰੀਆਂ ਹੀ ਕਾਮਨਾਵਾਂ ਖਤਮ ਹੋ ਜਾਣ। ਇੱਕ ਇਹ ਵੀ ਵਧੀਆ ਰਸਤਾ ਵੀ ਆਪਣੀਆਂ ਕਾਮਨਾ ਹੀ ਮਿਟਾ ਲਈਏ, ਆਪਣੀਆਂ ਬਾਸ਼ਨਾ ਹੀ ਮਿਟਾ ਲਈਏ, ਆਪਣੀਆਂ ਭੁੱਖਾਂ ਹੀ ਮਿਟਾ ਲਈਏ, ਫਿਰ ਵੀ ਪਰਮਾਤਮਾ ਦੀ ਜੋ ਕਣੀ ਹੈ ਉਸ ਦੇ ਦਰਸ਼ਨ ਦਿਦਾਰੇ ਅਨੁਭਵ ਪ੍ਰਤੀਤ ਹੋਣ ਲੱਗ ਜਾਵੇਗਾ ਵੀ ਹੁਣ ਕਾਮਨਾ ਹੀ ਕੁਛ ਨਹੀਂ, ਇਸ ਦਾ ਆਨੰਦ ਕਿਤਨਾ ਹੈ, ਇਸ ਜੀਵਨ ਦਾ ਰਸ ਕਿਤਨਾ ਹੈ, ਇਹ ਜ਼ਿੰਦਗੀ ਜਿਉਣ ਦਾ ਕਿੰਨਾ ਆਨੰਦ ਆ ਰਿਹਾ, ਜਦੋਂ ਚਾਹੀਦਾ ਹੀ ਕੁਝ ਨਹੀਂ। ਕਿਉਂ ਸਿਮਰਨ ਸੇਵਾ ਸਤਸੰਗਤ ਦੇ ਵਿੱਚੋਂ ਵੱਡੀ ਇਹੀ ਸਿੱਖਿਆ ਮਿਲਦੀ ਹੈ ਕਿ ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਕਿੱਦਾਂ ਹੋ ਗਿਆ ਉਹ ਬਾਦਸ਼ਾਹ ਦਾ ਬਾਦਸ਼ਾਹ? ਕਿਉਂਕਿ ਉਹਨੂੰ ਚਾਹੀਦਾ ਕੁਝ ਨਹੀਂ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸੇਵਾ ਦੇ ਪੁੰਜ, ਜਿਨ੍ਹਾਂ ਨੇ ਪ੍ਰੈਕਟੀਕਲ ਬਿਰਧ ਅਵਸਥਾ ਦੇ ਵਿੱਚ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ ਸੰਗਤ ਵੀ ਰੱਜ ਕੇ ਕੀਤੀ, ਸਿਮਰਨ ਵੀ ਰੱਜ ਕੇ ਕੀਤਾ ਤੇ ਸੇਵਾ ਵੀ ਰੱਜ ਕੇ ਕੀਤੀ। ਇਹ ਸਤ ਸੰਗਤ ਦੇ ਵਿੱਚੋਂ ਪ੍ਰਤੱਖ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਹੀ ਨਹੀਂ ਹੋਏ ਗੁਰਮੁਖੋ, ਗੁਰੂ ਅੰਗਦ ਦੇ ਮਹਾਰਾਜ ਜੀ ਦਾ ਰੂਪ ਹੀ ਹੋ ਗਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੰਘਾਸਣ ਤੇ ਬਿਠਾਲ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗਲ 'ਚ ਪੱਲੂ ਪਾਇਆ। ਮਹਾਰਾਜ ਜੀ ਹੁਕਮ, ਕਹਿੰਦੇ ਤੇਰੀ ਸੇਵਾ ਸਤਸੰਗਤ ਸਿਮਰਨ ਦਾ ਫਲ ਤੈਨੂੰ ਮਿਲ ਗਿਆ। ਪਰਮਾਤਮਾ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਗਈ ਸੇਵਾ, ਸਿਮਰਨ, ਸਤਸੰਗਤ ਤੇ ਐਸੇ ਗਰੀਬ ਨਵਾਜ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰਮੁਖੋ ਕਿਰਪਾ ਕਰਦੇ। ਸ਼ਲੋਕ ਮਹੱਲਾ ਤੀਜਾ। ਗੁਰ ਕਾ ਕਹਿਆ ਜੇ ਕਰੇ। ਜੇ ਦਾ ਅਰਥ ਹੁੰਦਾ ਵੀ ਅਜੇ ਤੱਕ ਅਸੀਂ ਮੰਨਿਆ ਨਹੀਂ ਗੁਰੂ ਦਾ ਹੁਕਮ, ਵੀ ਜੇ ਮੰਨ ਲਈਏ, ਜਾਂ ਜਿਨ੍ਹਾਂ ਨੇ ਮੰਨਿਆ, ਜਿਹੜੇ ਮੰਨਣਗੇ। ਗੁਰ ਕਾ ਕਹਿਆ ਜੇ ਕਰੇ। ਮਹਾਰਾਜ ਜੀ ਕੀ ਮਿਲੇਗਾ? ਸੁਖੀ ਹੂ ਸੁਖ ਸਾਰ। ਸਾਰ ਹੁੰਦਾ ਨਿਚੋੜ। ਸਾਰ ਕਹੀਏ ਤਤ ਨੂੰ। ਇੱਕ ਤਾਂ ਸੁੱਖ ਹੋ ਗਿਆ, ਉਹ ਸੰਸਾਰ ਦਾ, ਸਰੀਰ ਦਾ, ਧਨ ਦੌਲਤ ਦਾ, ਮਾਨ ਸਨਮਾਨ ਦਾ, ਪਦਵੀ ਦਾ ਤੇ ਅਹੁਦੇ ਦਾ, ਸੰਸਾਰ 'ਚ ਜਾਣ ਪਹਿਚਾਣ ਦਾ। ਪਰ ਇਸ ਸੁੱਖ ਦੇ ਪਿੱਛੇ ਦੁੱਖ ਆ, ਕਿਉਂਕਿ ਉਹ ਸੁੱਖ ਦਾ ਸਾਰ ਨਹੀਂ ਹੋਇਆ। ਕਿ ਸੁੱਖ ਸਾਰ ਕਿਹੜਾ ਸੀ ਜਿਸ ਪਿੱਛੇ ਫਿਰ ਦੁੱਖ ਨਹੀਂ। ਗੁਰਮੁਖ ਪਿਆਰਿਓ, ਸਮੇਤ ਸਰੀਰ ਤੇ ਜੀਵ ਨੂੰ ਜੋ ਕੁਛ ਵੀ ਮਿਲਿਆ, ਸੰਸਾਰ ਦਾ ਜੋ ਵੀ ਸੁੱਖ ਮਿਲਿਆ, ਉਹਨੇ ਇੱਕ ਦਿਨ ਇਹਨੂੰ ਛੱਡ ਜਾਣਾ। ਉਸੇ ਸੁੱਖ ਨੇ ਦੁੱਖ ਬਣ ਜਾਣਾ। ਇੱਕੋ ਇੱਕ ਪਰਮਾਤਮਾ ਦੇ ਦਰਸ਼ਨ ਹੈ ਜਿਹੜਾ ਮਿਲ ਕੇ ਕਦੀ ਵਿਛੜਦਾ ਨਹੀਂ। ਇੱਕੋ ਇੱਕ ਨਾਮ ਦਾ ਰਸ ਹੈ, ਜਿਸ ਨੂੰ ਆ ਗਿਆ ਉਹ ਫਿਰ ਜਾ ਨਹੀਂ ਸਕਦਾ। ਇੱਕੋ ਇੱਕ ਪਰਮਾਤਮਾ ਦੇ ਚਰਨ ਹੈ, ਜਿਹੜਾ ਚਰਨਾਂ ਦੇ ਨਾਲ ਜੁੜ ਗਿਆ ਤੇ ਮੁੜ ਕੇ ਟੁੱਟ ਨਹੀਂ ਸਕਦਾ। ਪਰ ਉਹ ਸੰਸਾਰ ਨੂੰ ਦਿਖੇ ਜਾਂ ਨਾ ਦਿਖੇ, ਇਹ ਵੱਖਰੀ ਗੱਲ ਹੈ। ਹਾਥ ਪਾਓ ਕਰ ਕਾਮ ਸਭ, ਚੇਤ ਨਿਰੰਜਨ ਨਾਲ। ਉਹ ਸਾਡੇ ਵਾਂਗੂ ਹੀ ਸੰਸਾਰ ਤੇ ਤੁਰਿਆ ਫਿਰੇ, ਪਰ ਉਹ ਹੀ ਅਨੁਭਵ ਕਰ ਸਕਦਾ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ, ਸੋਏ ਜਿਸ ਦੀ ਖੁਦ ਕੁਛ ਅਵਸਥਾ ਹੋਵੇ। ਉੱਥੇ ਕੇਵਲ ਕਿਤਾਬਾਂ ਦਾ ਗਿਆਨ ਨਹੀਂ ਕੰਮ ਕਰਦਾ, ਉੱਥੇ ਪ੍ਰੈਕਟੀਕਲ ਕੰਮ ਕਰਦਾ। ਗੁਰ ਕਾ ਕਹਿਆ ਜੇ ਕਰੇ, ਸੁਖੀ ਹੂੰ ਸੁਖ ਸਾਰ। ਕਹਿੰਦੇ ਉਹ ਸੁੱਖ ਮਿਲੇਗਾ ਪਰਮਾਤਮਾ ਦੀ ਪ੍ਰਾਪਤੀ ਦਾ, ਜਿਸ ਸੁੱਖ ਦੇ ਪਿੱਛੇ ਫਿਰ ਦੁੱਖ ਨਹੀਂ, ਜਿਸ ਮਲਾਪ ਦੇ ਪਿੱਛੇ ਫਿਰ ਵਿਛੋੜਾ ਨਹੀਂ,
ਜਿਸ ਮੌਤ ਦੇ ਪਿੱਛੇ ਫਿਰ ਕੋਈ ਜਨਮ ਨਹੀਂ, ਜਿਸ ਆਨੰਦ ਦੇ ਪਿੱਛੇ ਫਿਰ ਹੋਰ ਕੋਈ ਸਵਾਦ ਨਹੀਂ। ਗੁਰ ਕੀ ਕਰਨੀ ਭਉ ਕੱਟੀ ਹੈ, ਨਾਨਕ ਪਾਵ ਹੈ ਪਾਰ। ਫਿਰ ਵਿਸ਼ਲੇਸ਼ਣ ਕਰਦੇ ਉਸੇ ਗੱਲ ਨੂੰ ਹੋਰ ਖੋਲ ਰਿਹਾ ਅਗਲੀ ਪੰਕਤੀ ਦੇ ਵਿੱਚ। ਕਹਿੰਦੇ ਗੁਰ ਕਾ ਜੋ ਹੁਕਮ ਕਮਾਉਂਦਾ ਉਹਨੂੰ ਸੁੱਖ ਦਾ ਸਾਰ, ਸੁੱਖ ਦਾ ਗਿਆਨ ਹੋ ਜਾਂਦਾ ਵੀ ਕਿਹੜਾ ਸੁੱਖ ਮੈਨੂੰ ਚਾਹੀਦਾ, ਸੰਸਾਰਕ ਸੁੱਖ ਕਿ ਪਰਮਾਤਮਾ ਦੇ ਮਿਲਾਪ ਦਾ ਸੁੱਖ। ਫਿਰ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਬਖਸ਼ ਰਹਿਮਤ ਕੀਤੀ, ਉਹਦੇ ਨਾਲ ਸਾਰੇ ਜਿਹੜੇ ਡਰਿਆ ਭੈ ਕੱਟੇ ਜਾਂਦੇ ਆ। ਨਾ ਮੌਤ ਦਾ ਡਰ ਰਹਿੰਦਾ। ਉਹ ਕਹਿੰਦਾ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਈ। ਸਭ ਤੋਂ ਪਹਿਲਾਂ ਮੌਤ ਦਾ ਭੈ ਖਤਮ ਹੋ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ, ਨਾਨਕ ਪਾਵ ਹੈ ਪਾਰ। ਪਾਰ ਦਾ ਮਤਲਬ ਸੰਸਾਰ ਦਾ ਇੱਕ ਕਿਨਾਰਾ ਉਆਰ ਮੰਨ ਲਈਏ ਤੇ ਸੰਸਾਰ ਤੇ ਪਾਰ ਮੰਨ ਲਈਏ ਪਰਮਾਤਮਾ। ਸੰਸਾਰ ਦੇ ਵਿੱਚ ਇਹ ਖੁੱਭਿਆ ਹੋਇਆ, ਲੁਭਾਏਮਾਨ ਹੋਇਆ, ਗਲਤਾਨ ਹੋਇਆ ਜੀਵ 84 ਲੱਖ ਜੂਨਾਂ ਦੇ ਵਿੱਚ ਭਟਕਦਾ ਰਹਿੰਦਾ ਤੇ ਸੰਸਾਰ ਦੇ ਵਿੱਚ ਮਨੁੱਖ ਜਾਮਾਂ ਲੈ ਕੇ ਸੇਵਾ ਸਿਮਰਨ ਕੁਰਬਾਨੀ ਸਤਸੰਗਤ ਕਰਕੇ ਸੰਸਾਰ ਤੋਂ ਪਾਰ ਹੋ ਜਾਂਦਾ। ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਉਹ ਹੱਸਦਾ ਵੀ ਮੇਰੇ ਬੱਚੇ ਮੈਨੂੰ ਪਿਤਾ ਜੀ ਸਮਝ ਰਹੇ ਆ। ਉਹ ਹੱਸਦਾ ਵੀ ਮੇਰੀਆਂ ਭੈਣਾਂ ਮੈਨੂੰ ਭਰਾ ਸਮਝ ਰਹੀਆਂ। ਉਹ ਹੱਸਦਾ ਵੀ ਸਮਾਜ ਮੈਨੂੰ ਆਪਣਾ ਬੰਦਾ ਸਮਝ ਰਹੀ ਹੈ। ਉਹ ਦੇਸ਼ 'ਤੇ ਹੱਸਦਾ, ਮੈਂ ਇਸ ਦੇਸ਼ ਦਾ ਵਾਸੀ ਮੈਨੂੰ ਕਿਹਾ ਜਾ ਰਿਹਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੇ। ਇਹਨਾਂ ਨੂੰ ਇਹ ਨਹੀਂ ਪਤਾ ਮੇਰਾ ਰਿਸ਼ਤਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜ ਗਿਆ, ਜਿਸ ਦੀ ਮੈਂ ਅੰਸ਼ ਹਾਂ। ਜੋ ਸੱਚਾ ਰਿਸ਼ਤਾ ਹੈ ਇਹ ਤਾਂ ਕਰਮਾਂ ਕਰਕੇ, ਲੇਖਿਆ ਜੋਖਿਆਂ ਕਰਕੇ ਇਹ 4 ਦਿਨ ਵਾਸਤੇ ਰਿਸ਼ਤੇ ਬਣੇ ਆ। ਇਹ ਰਿਸ਼ਤੇ ਰਹਿਣੇ ਨਹੀਂ। ਉਹ ਅੰਦਰੋਂ ਹੱਸਦਾ। ਕੋਈ ਪ੍ਰੇਮੀ ਅਵਸਥਾ ਵਾਲਾ ਮਿਲ ਜਾਏ ਤੇ ਫਿਰ ਹਿਰਦੇ ਦੀ ਗੰਢ ਖੋਲ ਵੀ ਦਿੰਦਾ। ਮਹੱਲਾ ਤੀਜਾ ਅਗਲੇ ਬਚਨ 'ਚ, ਸੱਚ ਪੁਰਾਣਾ ਨਾ ਥੀਐ, ਨਾਮ ਨਾ ਮੈਲਾ ਹੋਏ। ਪਹਿਲਾਂ ਸਤਿਗੁਰਾਂ ਦੀ ਆਗਿਆ ਤੇ ਹੁਕਮ। ਹੁਣ ਜਿਸ ਨੂੰ ਨਾਮ ਪ੍ਰਾਪਤ ਹੋ ਗਿਆ ਉਸ ਬਾਰੇ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ ਹਰ ਚੀਜ਼ ਪੁਰਾਣੀ ਹੁੰਦੀ ਹੈ। ਭਾਵੇਂ ਅੱਜ ਹੀ ਬਣੀ, ਉਸਨੇ ਅਗਲੇ ਸੈਕਿੰਡ ਦੇ ਵਿੱਚ 1 ਸੈਕਿੰਡ ਪੁਰਾਣੀ ਹੋ ਜਾਣਾ, 1 ਘੰਟਾ ਪੁਰਾਣੀ ਹੋ ਜਾਣਾ, 1 ਦਿਨ ਪੁਰਾਣੀ ਹੋ ਜਾਣਾ। ਇਹ ਗੱਲ ਵੱਖਰੀ ਹੈ ਕਿ ਸੰਸਾਰ ਕਹੇ ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਆਵਤ ਘਟਤ ਹੈ। ਇਹ ਪੁਰਾਣੇ ਨੂੰ ਨਵਾਂ ਕਹੀ ਜਾਵੇ, ਇਹ ਸੰਸਾਰ ਦੀ ਸੋਚ ਹੈ। ਹਕੀਕਤ ਕੀ ਹੈ? ਸੱਚ ਪੁਰਾਣਾ ਨਾ ਥੀਐ, ਇੱਕੋ ਇੱਕ ਪਰਮਾਤਮਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਸੱਚ ਪੁਰਾਣਾ ਨਾ ਥੀਐ। ਮਹਾਰਾਜ ਕਹਿੰਦੇ ਨਾਮ ਨਾ ਮੈਲਾ ਹੋਏ। ਕਹਿੰਦੇ ਨਾਮ ਮੈਲਾ ਨਹੀਂ ਕਦੇ ਹੁੰਦਾ, ਇਹ ਸਦਾ ਹੀ ਨਵਾਂ। ਗੁਰ ਕੈ ਭਾਣੈ ਜੇ ਚੱਲੈ, ਬਹੁੜ ਨਾ ਆਵਨ ਹੋਏ। ਗੁਰ ਕੀ ਆਗਿਆ, ਗੁਰ ਕਾ ਹੁਕਮ ਜਿਸ ਜੀਵ ਨੇ ਆਪਣੇ ਜੀਵਨ 'ਚ ਕਾਲ 'ਚ ਮੰਨ ਲਿਆ, ਕਹਿੰਦੇ ਪੱਕੀ ਗਰੰਟੀ ਹੈ ਮੁੜ ਕੇ ਉਹ ਜੂਨਾਂ 'ਚ ਨਹੀਂ ਆਵੇਗਾ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਹੁਣ ਜੇ ਕਬੀਰ ਜੀ ਲਿਖਤੀ ਰੂਪ 'ਚ ਸਾਡੇ ਨਾਲ ਵਾਅਦਾ ਕਰਦੇ ਆ ਵੀ ਪ੍ਰੇਮੀਓ ਮਨ ਲਾ ਕੇ ਸੁਣ ਲਓ ਰੱਬ ਦੀ ਕਥਾ, ਇਤਿਹਾਸ ਗੁਰਬਾਣੀ। ਸੁਭਾਅ ਦੇ ਮੁਤਾਬਕ ਅਸੀਂ ਕਹਾਂਗੇ ਕੀ ਮਿਲੂਗਾ? ਕਬੀਰ ਜੀ ਕਹਿੰਦੇ 84 ਕੱਟੀ ਜਾਊਗੀ, ਜੂਨਾਂ 'ਚ ਨਹੀਂ ਆਊਂਗਾ, ਜਮਾਂ ਦੀ ਮਾਰ ਤੋਂ ਬਚ ਜਾਊਂਗਾ। ਨਾਨਕ ਨਾਮ ਵਿਸਾਰਿਆ ਆਵਣ ਜਾਣਾ ਦੋਏ,
ਅਗਰ ਤੂੰ ਨਾਮ ਦੇ ਨਾਲ ਪ੍ਰੇਮ ਪਿਆਰ ਭਜਨ ਬੰਦਗੀ ਨਹੀਂ ਕਰਦਾ ਤੇ ਇਹ ਵੀ ਲਿਖਤੀ ਰੂਪ 'ਚ ਗੁਰੂ ਅਮਰਦਾਸ ਮਹਾਰਾਜ ਜੀ ਜੀਵ ਨੂੰ ਦੱਸ ਰਹੇ ਆ ਵੀ ਤੇਰਾ ਜੰਮਣ ਮਰਨਾ ਬਣਿਆ ਰਹੇਗਾ, ਕੋਈ ਨਹੀਂ ਬਚਾ ਸਕਦਾ, ਕਿਉਂਕਿ ਰੱਬ ਰੂਪ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਪੌੜੀ ਗੁਰੂ ਰਾਮਦਾਸ ਮਹਾਰਾਜ ਦੇ ਬਚਨ, ਮੰਗਤ ਜਨ ਜਾਚੈ ਦਾਨ ਹਰ ਦੇਹੋ ਸੁਭਾਏ। ਹੁਣ ਨਾਮ ਤੇ ਸੇਵਾ ਦੀ ਗੱਲ ਹੋ ਗਈ ਪਹਿਲੇ ਬਚਨਾਂ ਦੇ ਵਿੱਚ। ਗੁਰੂ ਰਾਮਦਾਸ ਮਹਾਰਾਜ ਜੀ ਹੁਣ ਉਹਨਾਂ ਦੇ ਭੁਲੇਖੇ ਕੱਢਦੇ, ਮਹਾਰਾਜ ਜੀ ਜੇ ਨਾਮ ਮੈਲਾ ਨਹੀਂ ਹੁੰਦਾ, ਨਾਮ ਜਪਣ ਦੇ ਨਾਲ 84 ਕੱਟੀ ਜਾਂਦੀ ਹੈ, ਫਿਰ ਨਾਮ ਮਿਲਦਾ ਕਿੱਥੋਂ ਹੈ। ਹੁਣ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਵੀ ਨਾਮ ਮਿਲਦਾ ਸੱਚੇ ਗੁਰੂ ਦੇ ਚਰਨਾਂ ਤੋਂ। ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ। ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੈ ਆਪ, ਜਿਤ ਖਾਧੇ ਮਨ ਤ੍ਰਿਪਤੀ ਹੈ ਨਾਨਕ ਸਾਹਿਬ ਦਾਤ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਮਟਾਉਣੀ ਫਿਰ ਨਾਮ ਮੰਗ ਲੋ। ਨਾਮ ਮਿਲ ਗਿਆ, ਸੰਸਾਰ ਦੀ ਸਾਰੀ ਦੌਲਤ ਮਿਲ ਗਈ, ਸੰਸਾਰ ਦੇ ਕੀ ਜੀਵਨ ਦੇ ਸਾਰੇ ਕਾਰਜ ਰਾਸ ਹੋ ਗਏ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਮੰਗਤ ਜਨ ਜਾਚੈ ਦਾਨ ਹਰ ਦੇਹੋ ਸੁਭਾਏ। ਕਹਿੰਦੇ ਭਿਖਾਰੀ ਬਣ ਕੇ, ਮੰਗਤਾ ਬਣ ਕੇ, ਝੋਲੀ ਅੱਡ ਕੇ, ਨਿਮਰਤਾ ਦੇ ਸਹਿਤ ਇਹ ਜੀਵ ਜਦੋਂ ਸਤਿਗੁਰਾਂ ਦੇ ਚਰਨਾਂ 'ਚੋਂ ਨਾਮ ਦੀ ਦਾਤ ਮੰਗੇਗਾ ਨਾ, ਤੇ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਖੁਸ਼ ਹੋ ਕੇ ਨਾਮ ਦੀ ਦਾਤ ਝੋਲੀ 'ਚ ਪਾਉਣਗੇ ਵੀ ਇਹ ਜਾਚਨਾ ਕਰ ਰਿਹਾ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਾਡੀ ਸ਼ੈਤਾਨ ਬਿਰਤੀ ਜੇ ਨਾਮ ਮੰਗ ਲਿਆ ਫੇਰ ਕਰੇ ਕੁਛ ਵੀ ਨਹੀਂ ਮਿਲਣਾ। ਉਹਨਾਂ ਨੂੰ ਇਹ ਨਹੀਂ ਪਤਾ ਵੀ ਨਾਮ ਮਿਲ ਗਿਆ ਤੇ ਸਭ ਕੁਝ ਮਿਲ ਗਿਆ, ਸਮੇਤ ਰੱਬ ਦੇ, ਸਮੇਤ ਸੰਸਾਰ ਦੇ ਪਦਾਰਥਾਂ ਤੇ ਭੁੱਖ ਹੀ ਮਿਟ ਗਈ। ਸਾਧਨ ਭੋਜਨ ਕੀ ਆਸ ਨਾ ਕਰੇ, ਅਚਿੰਤ ਮਿਲੈ ਸੋ ਪਾਏ। ਹਰ ਦਰਸ਼ਨ ਕੀ ਪਿਆਸ ਹੈ, ਦਰਸ਼ਨ ਤ੍ਰਿਪਤ ਆਏ। ਬਾਕੀ ਜੋ ਕੁਛ ਵੀ ਤੂੰ ਦੇਖਦਾ ਉਹ ਦੇਖ ਕੇ ਤੂੰ ਤ੍ਰਿਪਤ ਨਹੀਂ ਹੋਣਾ। ਹਰੀ ਪਰਮਾਤਮਾ ਦੇ ਦਰਸ਼ਨ ਦਿਦਾਰੇ ਕਰ ਲਾ, ਗੁਰਮੁਖਾ ਤ੍ਰਿਪਤ ਹੋ ਜਾਊਗਾ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਖਿਨ ਪਲ ਘੜੀ ਨਾ ਜੀਵਉ, ਬਿਨ ਦੇਖੇ ਮਰਾ ਮਾਏ। ਐਸੀ ਭਾਵਨਾ ਬਣ ਜਵੇ ਵੇ ਆਖਾਂ ਜੀਵਾਂ ਵਿਸਰੈ ਮਰ ਜਾਓ। ਮਰਨੰ ਬਿਸਰਨ ਗੋਵਿੰਦੈ, ਜੀਵਨੰ ਹਰ ਨਾਮ ਧਿਆਵਣੈ। ਗਰੀਬ ਨਵਾਜੀ ਜ਼ਰੂਰ ਕਿਰਪਾ ਕਰਦੇ। ਜਦੋਂ ਐਸੀ ਤੜਪ ਪਈ ਅਰਦਾਸ ਸਤਿਗੁਰਾਂ ਦੇ ਚਰਨ 'ਚ ਜਗਿਆਸੂ ਕਰਦਾ, ਅਖੀਰਲੀਆਂ ਪੰਕਤੀਆਂ ਸਤਿਗੁਰ ਨਾਲ ਦਿਖਾਲਿਆ। ਕਥਾ ਆਰੰਭ ਹੋਈ ਸੀ, ਮੈਂ ਬੇਨਤੀ ਕੀਤੀ ਸੀ ਵੀ ਜੋ ਕੋ ਪ੍ਰਤੱਖ ਰੱਬ ਨੂੰ ਦੇਖਣਾ ਚਾਹੁੰਦਾ ਤੇ ਸਤਸੰਗਤ ਹੈ ਉਹਦਾ ਪਰਸਨਲ ਘਰ, ਉਹਦੇ ਦਰਸ਼ਨ ਹੈ ਸਤਸੰਗਤ। ਜੇ ਮਨ ਬਿਰਤੀ ਕੇਂਦਰ ਕਰਕੇ ਇਹ ਜਗਿਆਸੂ ਬੈਠ ਜਾਵੇ, ਸਤਿਗੁਰ ਨਾਲ ਦਿਖਾਲਿਆ। ਹੁਣ ਗੁਰੂ ਰਾਮਦਾਸ ਨੇ ਮਹਾਰਾਜ ਨੇ ਕਿਰਪਾ ਕਰਤੇ, ਕਹਿੰਦੇ ਜੀਵ ਦੇ ਨਾਲ ਹੀ ਦਿਖਾਲਤਾ ਰੱਬ। ਰੱਬ ਰਿਹਾ ਸਭ ਥਾਏ, ਹੁਣ ਜਰਰੇ ਜਰਰੇ 'ਚ ਵੀ ਦਿਖ ਪਿਆ। ਸੁਤਿਆ ਆਪ ਅਠਾਲ ਦੇ, ਨਾਨਕ ਲਿਵ ਲਾਏ। ਜਨਮਾਂ ਜਨਮਾਤਰਾਂ ਤੋਂ ਇਹ ਜਿਹੜਾ ਜੀਵ ਮੋਹ ਮਮਤਾ ਵਿਸ਼ੇ ਵਿਕਾਰ ਨਿੰਦਾ ਚੁਗਲੀ ਮਾਇਆ ਦੇ ਨਸ਼ੇ 'ਚ ਸੁੱਤਾ ਪਿਆ ਨਾ, ਗੂੜੀ ਨੀਂਦ 'ਚ ਇੱਕ ਛਿਨ ਮਾਤਰ ਜੀ ਗੁਰੂ ਕਿਰਪਾ ਕਰਕੇ ਇਸ ਨੂੰ ਜਾਗਰਤਾ ਅਵਸਥਾ ਪ੍ਰਾਪਤ ਕਰਵਾ ਦਿੰਦਾ। ਜਾਗ ਲੈ ਹੋ ਰੇ ਮਨਾ ਜਾਗ ਲੈ ਹੋ, ਕਹਾਂ ਗਾਫਲ ਸੋਇਆ। ਕਹਿੰਦੇ ਕਿੱਥੇ ਸੁੱਤਾ ਪਿਆ, ਜਾਗ ਕੇ ਦੇਖ ਤੇਰੇ ਅੰਦਰ ਵੀ ਬਾਹਰ ਵੀ ਜਰਰੇ ਜਰਰੇ 'ਚ ਪਰਮਾਤਮਾ ਹੀ ਪਰਮਾਤਮਾ ਹੋਈਆਂ। ਗਲਤੀਆਂ ਦੀ ਖਿਮਾ ਸਤਿਗੁਰ ਨਾਲ ਦਿਖਾਲਿਆ। ਰੱਬ ਰਹਿਆ ਸਭ ਥਾਏ, ਸੁਤਿਆ ਆਪ ਉਠਾਲ ਦੇ, ਨਾਨਕ ਲਿਵ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।